7 ਦਸੰਬਰ 1941 ਇਹ ਇਤਿਹਾਸ ਦਾ ਉਹ ਆਖਰੀ ਦਿਨ ਸੀ ਜਿਸ ਤੋਂ ਬਾਅਦ ਦੁਨੀਆ ਦਾ ਨਕਸ਼ਾ ਹਮੇਸ਼ਾ ਲਈ ਬਦਲਣ ਜਾ ਰਿਹਾ ਸੀ। ਯੂਐਸ ਨੇਵੀ ਦੇ ਬੇਸ ਤੇ ਬਹੁਤ ਬੜੀ ਆਫਤ ਆਉਣ ਵਾਲੀ ਸੀ ਜਿਸ ਦਾ ਅੰਦਾਜ਼ਾ ਕਿਸੇ ਨੇ ਵੀ ਨਹੀਂ ਲਗਾਇਆ ਸੀ। ਬੈਟਲਸ਼ਿਪ ਦੇ ਵਿੱਚ ਮੌਜੂਦ ਇੱਕ ਅਫਰੀਕਨ ਅਮਰੀਕਨ ਬਾਵਰਚੀ ਡੋਰਿਸ ਮਿਲਰ ਸੂਰਜ ਨਿਕਲਦੇ ਹੀ ਨੇਵੀ ਅਫਸਰਾਂ ਨੂੰ ਨਾਸ਼ਤਾ ਸਰਵ ਕਰਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਲਾਂਡਰੀ ਕਲੈਕਸ਼ਨ ਲਈ ਲੱਗ ਜਾਂਦਾ ਹੈ। ਸਵੇਰ ਦੇ ਠੀਕ 7:57 ਤੇ ਡੋਰਿਸ ਮਿਲਰ ਨੂੰ ਇੱਕ ਸਾਇਰਨ ਸੁਣਾਈ ਦਿੰਦਾ ਹੈ। ਉਹ ਸਾਇਰਨ ਜੋ ਕੋਈ ਵੀ ਸੇਲਰ ਆਪਣੀ ਪੂਰੀ ਸਰਵਿਸ ਦੇ ਵਿੱਚ ਨਹੀਂ ਸੁਣਨਾ ਚਾਹੁੰਦਾ। ਉਹ ਫੌਰਨ ਬਾਹਰ ਨਿਕਲਦਾ ਹੈ ਔਰ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਪੂਰਾ ਆਸਮਾਨ ਜਾਪਾਨ ਦੇ ਬੰਬਰ 에ਅਰਕ੍ਰਾਫਟ ਨਾਲ ਭਰਿਆ ਪਿਆ ਹੈ। ਪਲਕ ਝਪਕਦੇ ਹੀ ਜਾਪਾਨੀ 에ਅਰਕ੍ਰਾਫਟ ਦੀ ਤਰਫ ਤੋਂ ਬੰਬ ਵਰਸਾਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਔਰ ਅਮਰੀਕੀ ਜਹਾਜ਼ਾਂ ਨੂੰ ਇੱਕ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਔਰ ਤਬਾਹ ਕਰ ਦਿੱਤਾ ਜਾਂਦਾ ਹੈ। ਇਹ ਹਮਲਾ ਯੂਐਸ ਦੀ ਪਰਲ ਹਾਰਬਰ ਬੇਸ ਤੇ ਕੀਤਾ ਜਾਂਦਾ ਹੈ। ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਜਾਪਾਨ ਨੇ ਅਮਰੀਕਾ ਵਰਗੇ ਤਾਕਤਵਰ ਦੇਸ਼ ਨਾਲ ਇਸ ਤਰ੍ਹਾਂ ਪੰਗਾ ਲੈਣ ਦੀ ਹਿੰਮਤ ਕਿਵੇਂ ਜੁਟਾਈ। ਡੋਰਿਸ ਮਿਲਰ ਨਾਮ ਦੇ ਬਾਵਰਚੀ ਨੂੰ ਅਮਰੀਕਾ ਦਾ ਸਭ ਤੋਂ ਬੜਾ ਅਵਾਰਡ ਕਿਉਂ ਦਿੱਤਾ ਗਿਆ ਸੀ ਔਰ ਅਮਰੀਕਾ ਨੇ ਜਾਪਾਨ ਦੇ ਉੱਪਰ ਨਿਊਕਲੀਅਰ ਹਮਲਾ ਕਿਉਂ ਕੀਤਾ ਸੀ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਇਸ ਕਹਾਣੀ ਦੀ ਸ਼ੁਰੂਆਤ 1941 ਦੇ ਵਿੱਚ ਹੁੰਦੀ ਹੈ ਜਦ ਅਮਰੀਕਾ ਨੇ ਚਾਈਨਾ ਨੂੰ ਬਚਾਉਣ ਲਈ ਆਪਣਾ ਸਭ ਕੁਝ ਦਾਅ ਤੇ ਲਗਾ ਦਿੱਤਾ ਸੀ ਔਰ ਅੱਜ 2024 ਦੇ ਵਿੱਚ ਅਮਰੀਕਾ ਔਰ ਚਾਈਨਾ ਇੱਕ ਦੂਸਰੇ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਹੋਇਆ ਕੁਝ ਇਸ ਤਰ੍ਹਾਂ ਸੀ ਕਿ ਵਰਲਡ ਵਾਰ 2 ਨੂੰ ਸ਼ੁਰੂ ਹੋਏ 3 ਸਾਲ ਬੀਤ ਚੁੱਕੇ ਸਨ ਜਿਸ ਦੇ ਵਿੱਚ ਇੱਕ ਸਾਈਡ ਤੇ ਜਰਮਨੀ ਤੇ ਇਟਲੀ ਸੀ ਔਰ ਦੂਜੀ ਸਾਈਡ ਬ੍ਰਿਟੇਨ, ਨੀਦਰਲੈਂਡ ਔਰ ਫਰਾਂਸ ਸੀ। ਇਸ ਜੰਗ ਦੇ ਵਿੱਚ ਅਮਰੀਕਾ ਦਾ ਕੋਈ ਰੋਲ ਨਹੀਂ ਸੀ ਬਲਕਿ ਅਮਰੀਕਾ ਤਾਂ ਪੂਰੀ ਤਰ੍ਹਾਂ ਨਾਲ ਨਿਊਟਰਲ ਸੀ। ਵਰਲਡ ਵਾਰ 1 ਦੇ ਵਿੱਚ ਹੋਏ ਨੁਕਸਾਨ ਕਰਕੇ ਅਮਰੀਕਾ ਆਪਣੇ ਆਪ ਨੂੰ ਏਸ਼ੀਆ ਔਰ ਯੂਰਪ ਦੇ ਵਿੱਚ ਹੋ ਰਹੀਆਂ ਜੰਗਾਂ ਦੇ ਵਿੱਚੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੁੰਦਾ ਸੀ। ਪਰ ਇੱਕ ਮੁਲਕ ਸੀ ਜੋ ਅਮਰੀਕਾ ਨੂੰ ਬਾਰ-ਬਾਰ ਸਤਾਏ ਜਾ ਰਿਹਾ ਸੀ ਔਰ ਉਹ ਸੀ ਜਾਪਾਨ। ਜਾਪਾਨ ਦੇ ਕੋਲ ਨੈਚੁਰਲ ਰਿਸੋਰਸ ਘੱਟ ਹੋਣ ਕਾਰਨ ਉਹ ਆਪਣੇ ਗੁਆਂਢੀ ਦੇਸ਼ਾਂ ਨੂੰ ਧੜਾਧੜ ਕਬਜ਼ਾ ਰਿਹਾ ਸੀ ਤਾਂ ਕਿ ਉਹ ਆਪਣੀ ਨੈਚੁਰਲ ਰਿਸੋਰਸ ਦੀ ਡਿਮਾਂਡ ਨੂੰ ਪੂਰਾ ਕਰ ਸਕੇ। ਕੋਰੀਆ, ਤਾਈਵਾਨ ਔਰ ਚਾਈਨਾ ਦੇ ਵੱਡੇ ਇਲਾਕਿਆਂ ਦੇ ਉੱਪਰ ਜਾਪਾਨ ਦਾ ਕਬਜ਼ਾ ਹੋ ਚੁੱਕਿਆ ਸੀ। ਪੈਸੀਫਿਕ ਓਸ਼ਨ ਦੇ ਵਿੱਚ ਜਾਪਾਨ ਦੀ ਫਿਲੀਪੀਨ, ਇੰਡੋਨੇਸ਼ੀਆ ਔਰ ਮਲੇਸ਼ੀਆ ਦੇ ਉੱਪਰ ਨਜ਼ਰ ਸੀ। ਪਰ ਮਸਲਾ ਇਹ ਸੀ ਕਿ ਮਲੇਸ਼ੀਆ ਬ੍ਰਿਟਿਸ਼ ਦੀ ਕਲੋਨੀ ਸੀ, ਇੰਡੋਨੇਸ਼ੀਆ ਨੀਦਰਲੈਂਡਸ ਦੀ ਔਰ ਫਿਲੀਪੀਨ ਅਮਰੀਕਾ ਦੀ ਕਲੋਨੀ ਸੀ। ਇਹਨਾਂ ਕੰਟਰੀਜ਼ ਨੂੰ ਜਾਪਾਨ ਦਾ ਦੂਜੇ ਦੇਸ਼ਾਂ ਤੇ ਕਬਜ਼ਾ ਕਰਨਾ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਸੀ ਕਿਉਂਕਿ ਜਾਪਾਨ ਦੇ ਪਿੱਛੇ ਅਸਲ ਦੇ ਵਿੱਚ ਹਿਟਲਰ ਦਾ ਹੱਥ ਸੀ ਔਰ ਹਿਟਲਰ ਅਮਰੀਕਾ ਔਰ ਬ੍ਰਿਟੇਨ ਦਾ ਦੁਸ਼ਮਣ ਸੀ। ਜਾਪਾਨ ਦੀਆਂ ਇਹ ਹਰਕਤਾਂ ਦੇਖ ਕੇ ਜੁਲਾਈ 1941 ਦੇ ਵਿੱਚ ਅਮਰੀਕਾ ਨੇ ਜਾਪਾਨ ਨੂੰ ਤੇਲ ਦੇਣਾ ਬੰਦ ਕਰ ਦਿੱਤਾ। ਜਾਪਾਨ ਦੇ ਕੋਲ ਆਪਣਾ ਖੁਦ ਦਾ ਆਇਲ ਨਹੀਂ ਸੀ ਬਲਕਿ ਜਾਪਾਨ ਦਾ 80% ਆਇਲ ਉਹ ਅਮਰੀਕਾ ਤੋਂ ਹੀ ਇੰਪੋਰਟ ਕਰਦਾ ਸੀ। ਅਮਰੀਕਾ ਨੇ ਜਾਪਾਨ ਅੱਗੇ ਇਹ ਸ਼ਰਤ ਰੱਖੀ ਕਿ ਪਹਿਲਾਂ ਉਸ ਨੂੰ ਚਾਈਨਾ ਦੇ ਵਿੱਚ ਆਪਣਾ ਕਬਜ਼ਾ ਛੱਡਣਾ ਪਵੇਗਾ, ਫਿਰ ਜਾ ਕੇ ਉਹਨੂੰ ਤੇਲ ਦਿੱਤਾ ਜਾਵੇਗਾ। ਜਾਪਾਨ ਲਈ ਇਹ ਬਹੁਤ ਮੁਸ਼ਕਿਲ ਫੈਸਲਾ ਸੀ। ਜਾਪਾਨ ਅਗਰ ਚਾਈਨਾ ਦੇ ਵਿੱਚ ਆਪਣਾ ਕਬਜ਼ਾ ਛੱਡਦਾ ਤਾਂ ਸਾਰੀ ਦੁਨੀਆ ਸਮਝਦੀ ਕਿ ਜਾਪਾਨ ਨੂੰ ਹਿਟਲਰ ਦੀ ਸਪੋਰਟ ਹੋਣ ਦੇ ਬਾਵਜੂਦ ਅਮਰੀਕਾ ਦੇ ਅੱਗੇ ਉਸਨੇ ਘੁਟਨੇ ਟੇਕਤੇ ਔਰ ਆਪਣਾ ਸਰ ਝੁਕਾ ਲਿਆ ਔਰ ਦੂਜੀ ਤਰਫ ਤੇਲ ਸੀ ਜਿਸ ਤੋਂ ਬਿਨਾ ਜਾਪਾਨ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ। ਪਰ ਜਾਪਾਨ ਨੇ ਇਹ ਫੈਸਲਾ ਕੀਤਾ ਕਿ ਉਹ ਚਾਈਨਾ ਤੋਂ ਆਪਣੇ ਫੌਜੀ ਵਾਪਸ ਨਹੀਂ ਬੁਲਾਏਗਾ ਬਲਕਿ ਉਸਨੇ ਅੰਦਰ ਹੀ ਅੰਦਰ ਇਹ ਫੈਸਲਾ ਵੀ ਕੀਤਾ ਕਿ ਉਹ ਤੇਲ ਲਈ ਇੰਡੋਨੇਸ਼ੀਆ ਦੇ ਉੱਪਰ ਕਬਜ਼ਾ ਕਰੇਗਾ। ਪਰ ਇਹ ਕੰਮ ਇੰਨਾ ਆਸਾਨ ਨਹੀਂ ਸੀ। ਜਿਵੇਂ ਕਿ ਆਪਾਂ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ ਇੰਡੋਨੇਸ਼ੀਆ ਨੀਦਰਲੈਂਡਸ ਦੀ ਕਲੋਨੀ ਸੀ ਔਰ ਉੱਥੇ ਤੱਕ ਪਹੁੰਚਣ ਲਈ ਪਹਿਲਾਂ ਇਹ ਜ਼ਰੂਰੀ ਸੀ ਕਿ ਪਹਿਲਾਂ ਫਿਲੀਪੀਨ ਦੇ ਉੱਪਰ ਕਬਜ਼ਾ ਕੀਤਾ ਜਾਵੇ ਜੋ ਕਿ ਅਮਰੀਕਾ ਦੀ ਕਲੋਨੀ ਸੀ। ਜਾਪਾਨ ਨੂੰ ਇਹ ਗੱਲ ਦਾ ਪਤਾ ਸੀ ਕਿ ਉਸਨੇ ਅਗਰ ਫਿਲੀਪੀਨ ਤੇ ਅਟੈਕ ਕੀਤਾ ਤਾਂ ਉਸ ਦਾ ਜਵਾਬ ਉਸ ਨੂੰ ਅਮਰੀਕਾ ਦੇ ਬੇਸ ਜੋ ਕਿ ਪੈਸੀਫਿਕ ਓਸ਼ਨ ਦੇ ਵਿੱਚ ਮੌਜੂਦ ਸੀ ਪਰਲ ਹਾਰਬਰ ਦੇ ਵਿੱਚ ਔਰ ਇੱਥੋਂ ਅਮਰੀਕਾ ਦੀ ਜਵਾਬੀ ਕਾਰਵਾਈ ਹੋ ਸਕਦੀ ਹੈ। ਲੇਕਿਨ ਹੁਣ ਜਾਪਾਨ ਦੇ ਕੋਲ ਆਇਲ ਦੇ ਰਿਜ਼ਰਵ ਤੇਜ਼ੀ ਨਾਲ ਖਤਮ ਹੋ ਰਹੇ ਸਨ ਔਰ ਉਸ ਕੋਲ ਹਮਲਾ ਕਰਨ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਬਚਿਆ ਸੀ, ਫਿਲੀਪੀਨ ਤੇ ਨਹੀਂ ਬਲਕਿ ਪਰਲ ਹਾਰਬਰ ਤੇ। ਜਾਪਾਨ ਦੇ ਮਿਲਟਰੀ ਲੀਡਰ ਨੇ ਇਹ ਫੈਸਲਾ ਕੀਤਾ ਕਿ ਉਹ ਪਰਲ ਹਾਰਬਰ ਤੇ ਇੱਕ ਸਰਪ੍ਰਾਈਜ਼ ਅਟੈਕ ਕਰੇਗਾ ਔਰ ਪੂਰੀ ਬੇਸ ਨੂੰ ਤਬਾਹ ਕਰ ਦੇਵਾਂਗੇ ਤਾਂ ਕਿ ਉਸ ਤੋਂ ਬਾਅਦ ਜਾਪਾਨ ਫਿਲੀਪੀਨ ਤੇ ਆਸਾਨੀ ਨਾਲ ਕਬਜ਼ਾ ਕਰ ਸਕੇ। ਜਾਪਾਨ ਹੁਣ ਖਾਮੋਸ਼ੀ ਨਾਲ ਪਰਲ ਹਾਰਬਰ ਤੇ ਅਟੈਕ ਕਰਨ ਦੀ ਤਿਆਰੀ ਦੇ ਵਿੱਚ ਲੱਗ ਚੁੱਕਾ ਸੀ। ਉਸਨੇ ਆਪਣੀ ਫਲੀਟ ਤਿਆਰ ਕਰਨਾ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ 2 ਬੈਟਲਸ਼ਿਪ, 39 ਸਬਮਰੀਨਸ, 30 ਡਿਸਟਰੋਇਰ ਔਰ 414 ਬੰਬਰ 에ਅਰਕ੍ਰਾਫਟ ਮੌਜੂਦ ਸੀ। ਇਹਨਾਂ 에ਅਰਕ੍ਰਾਫਟਸ ਨੂੰ 6 에ਅਰਕ੍ਰਾਫਟ ਕੈਰੀਅਰ ਦੇ ਜ਼ਰੀਏ ਪਰਲ ਹਾਰਬਰ ਦੀ ਤਰਫ ਰਵਾਨਾ ਕਰ ਦਿੱਤਾ ਗਿਆ
ਦੂਸਰੀ ਤਰਫ ਅਗਰ ਪਰਲ ਹਾਰਬਰ ਦੇ ਬੇਸ ਤੇ ਅਮਰੀਕਾ ਦੀ ਫੌਜ ਦਾ ਅੰਦਾਜ਼ਾ ਲਗਾਇਆ ਜਾ ਸਕੇ, ਜਿਸ ਦੇ ਵਿੱਚ 8 ਬੈਟਲਸ਼ਿਪ, 59 ਐਂਟੀ 에ਅਰਕ੍ਰਾਫਟ ਸ਼ਿਪ, 4 ਸਬਮਰੀਨਸ ਔਰ 390 에ਅਰਕ੍ਰਾਫਟ ਸੀ। ਦੇਖਿਆ ਜਾਵੇ ਤਾਂ ਅਮਰੀਕਾ ਦੇ ਕੋਲ ਪਰਲ ਹਾਰਬਰ ਤੇ ਜਾਪਾਨ ਦੇ ਹਮਲੇ ਨੂੰ ਨਾਕਾਮ ਬਣਾਉਣ ਵਾਸਤੇ ਕਾਫੀ ਫੌਜ ਮੌਜੂਦ ਸੀ, ਲੇਕਿਨ ਇਸ ਦੇ ਲਈ ਇਹ ਜ਼ਰੂਰੀ ਸੀ ਕਿ ਅਮਰੀਕਾ ਨੂੰ ਪਹਿਲਾਂ ਤੋਂ ਹੀ ਇਨਫੋਰਮੇਸ਼ਨ ਮਿਲ ਜਾਵੇ। ਪਰ ਜਾਪਾਨ ਦਾ ਇਹ ਅਟੈਕ ਹਰ ਤਰਫ ਤੋਂ ਸੀਕ੍ਰੇਟ ਸੀ, ਇਸ ਲਈ ਜਾਪਾਨ ਦੀ ਫੌਜ ਨੇ ਇਹ ਫੈਸਲਾ ਕੀਤਾ ਕਿ ਉਹ ਹਮਲੇ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਵਾਇਰਲੈਸ ਕਮਿਊਨੀਕੇਸ਼ਨ ਤੋਂ ਦੂਰ ਰਹਿਣਗੇ। ਜਾਪਾਨ ਦੀ ਫੋਰਸ ਹੁਣ 8000 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਪਰਲ ਹਾਰਬਰ ਤੋਂ ਸਿਰਫ ਹੁਣ 370 ਕਿਲੋਮੀਟਰ ਦੂਰ ਸੀ, ਔਰ ਇਹੀ ਉਹ ਪੁਆਇੰਟ ਸੀ ਜਿੱਥੇ 에ਅਰਕ੍ਰਾਫਟ ਨੂੰ ਹਮਲਾ ਕਰਨ ਲਈ ਟੇਕ ਆਫ ਕਰਵਾਇਆ ਗਿਆ। ਇਹ ਵਰਲਡ ਵਾਰ 2 ਦਾ ਸਭ ਤੋਂ ਵੱਡਾ ਹਮਲਾ ਹੋਣ ਵਾਲਾ ਸੀ, ਜਿਸ ਦੇ ਵਿੱਚ ਅਮਰੀਕਾ ਹਜੇ ਵੀ ਸ਼ਾਮਿਲ ਨਹੀਂ ਹੋਇਆ ਸੀ। 7 ਦਸੰਬਰ 1941 ਦੀ ਸਵੇਰ ਨੂੰ 7:57 ਤੇ 350 ਜਾਪਾਨੀ 에ਅਰਕ੍ਰਾਫਟਾਂ ਨੇ ਪਰਲ ਹਾਰਬਰ ਤੇ 3 ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਇੱਕ ਭਿਆਨਕ ਹਮਲਾ ਕਰ ਦਿੱਤਾ। ਅਮਰੀਕੀ ਜੋ ਇਸ ਹਮਲੇ ਤੋਂ ਬਿਲਕੁਲ ਬੇਖਬਰ ਸਨ, ਉਹਨਾਂ ਦੇ ਉੱਪਰ ਤਾਂ ਜੈਸੇ ਕਿਆਮਤ ਹੀ ਟੁੱਟ ਪਈ ਸੀ। ਜਾਪਾਨੀ 에ਅਰਕ੍ਰਾਫਟਾਂ ਦੇ ਪਹਿਲੇ ਗਰੁੱਪ ਨੇ ਗੋਲਿਆਂ ਦੀ ਬਾਰਿਸ਼ ਕਰਤੀ ਸੀ। 45 ਮਿੰਟਾਂ ਤੱਕ ਇਹ ਪਰਲ ਹਾਰਬਰ ਤੇ ਹਮਲਾ ਕਰਦੇ ਰਹੇ ਔਰ ਫਿਰ ਵਾਪਸ ਚਲੇ ਗਏ। ਪਹਿਲਾਂ ਤਾਂ ਇਹ ਲੱਗਿਆ ਕਿ ਸ਼ਾਇਦ ਹਮਲਾ ਖਤਮ ਹੋ ਗਿਆ ਹੈ, ਪਰ 10 ਮਿੰਟਾਂ ਬਾਅਦ ਬੰਬਰ 에ਅਰਕ੍ਰਾਫਟ ਦਾ ਦੂਸਰਾ ਗਰੁੱਪ ਆਇਆ ਔਰ ਬਚੀ ਖੁਚੀ ਨੇਵਲ ਸ਼ਿਪਸ ਨੂੰ ਵੀ ਤਬਾਹ ਕਰ ਦਿੱਤਾ। ਪੂਰੇ 1 ਘੰਟਾ ਔਰ 15 ਮਿੰਟਾਂ ਤੱਕ ਇਹ ਹਮਲਾ ਜਾਰੀ ਰਿਹਾ, ਜਿਸ ਦੇ ਵਿੱਚ ਜਾਪਾਨ ਦਾ ਪਲੜਾ ਹਰ ਤਰ੍ਹਾਂ ਨਾਲ ਭਾਰੀ ਸੀ। ਅਮਰੀਕਾ ਦੀਆਂ 20 ਵੈਸਲ, 8 ਬੈਟਲਸ਼ਿਪ ਅਤੇ 300 ਪਲੇਨਸ ਨੂੰ ਖੜੇ-ਖੜੇ ਤਬਾਹ ਕਰ ਦਿੱਤਾ। ਜ਼ਮੀਨ ਨੂੰ ਅੱਗ ਔਰ ਅਸਮਾਨ ਨੂੰ ਕਾਲੇ ਧੂਏ ਦੇ ਬੱਦਲਾਂ ਨੇ ਛੁਪਾ ਲਿਆ ਸੀ। ਇਸ ਦੇ ਚੱਲਦੇ ਅਮਰੀਕਨ ਅਫਰੀਕਨ ਬਾਵਰਚੀ, ਜਿਸ ਦਾ ਨਾਮ ਸੀ ਡੋਰਿਸ ਮਿਲਰ, ਜਿਸ ਦਾ ਜ਼ਿਕਰ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਕੀਤਾ ਸੀ, ਲਾਂਡਰੀ ਕਲੈਕਸ਼ਨ ਕਰਦੇ ਹੋਏ ਡੋਰਿਸ ਮਿਲਰ ਨੂੰ ਇੱਕ ਸਾਇਰਨ ਸੁਣਾਈ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਦਾ, ਉਸ ਦੌਰਾਨ ਹੀ ਇੱਕ ਟੋਰਪੀਡੋ ਮਿਸਾਈਲ ਉਹਨਾਂ ਦੀ ਸ਼ਿਪ ਨਾਲ ਟਕਰਾਇਆ, ਜਿਸ ਦੇ ਵਿੱਚ ਸ਼ਿਪ ਕੈਪਟਨ ਸਮੇਤ ਬਹੁਤ ਸਾਰੇ ਆਫੀਸਰ ਜ਼ਖਮੀ ਹੋ ਗਏ ਸਨ। ਡੋਰਿਸ ਮਿਲਰ ਨੇ ਇਕੱਲੇ ਹੀ ਜ਼ਖਮੀ ਲੋਕਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਔਰ ਫਿਰ ਐਂਟੀ 에ਅਰਕ੍ਰਾਫਟ ਮਸ਼ੀਨ ਗਨ ਤੇ ਜਾ ਕੇ ਖੁਦ ਜਾਪਾਨੀ 에ਅਰਕ੍ਰਾਫਟ ਦੇ ਉੱਪਰ ਹਮਲਾ ਕੀਤਾ। ਉਸਨੇ ਬਿਨਾਂ ਕੋਈ ਟ੍ਰੇਨਿੰਗ ਤੋਂ 6 ਜਾਪਾਨੀ 에ਅਰਕ੍ਰਾਫਟ ਨੂੰ ਮਾਰ ਗਿਰਾਇਆ ਸੀ। ਡੋਰਿਸ ਮਿਲਰ ਪਹਿਲਾ ਅਫਰੀਕੀ ਅਮਰੀਕੀ ਸੀ ਜਿਸ ਨੂੰ ਬਾਅਦ ਦੇ ਵਿੱਚ ਨੇਵੀ ਕ੍ਰਾਸ ਦਿੱਤਾ ਗਿਆ। ਇਹ ਅਵਾਰਡ US ਨੇਵੀ ਦਾ ਸਭ ਤੋਂ ਵੱਡਾ ਔਰ US ਦੇ ਵਿੱਚ ਮੈਡਲ ਆਫ ਆਨਰ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਅਵਾਰਡ ਹੈ। 1 ਘੰਟਾ 15 ਮਿੰਟ ਹਮਲਾ ਕਰਨ ਤੋਂ ਬਾਅਦ ਜਾਪਾਨੀ 에ਅਰਕ੍ਰਾਫਟ ਤਾਂ ਵਾਪਸ ਚਲੇ ਗਏ, ਪਰ ਹੁਣ ਉਹ ਅਮਰੀਕਾ ਨੂੰ ਵੀ ਵਰਲਡ ਵਾਰ 2 ਦੇ ਵਿੱਚ ਧਕੇਲ ਚੁੱਕੇ ਸਨ। ਉਹੀ ਅਮਰੀਕਾ ਜੋ ਇਸ ਹਮਲੇ ਤੋਂ ਪਹਿਲਾਂ ਵਰਲਡ ਵਾਰ 2 ਦੇ ਵਿੱਚ ਸ਼ਾਮਿਲ ਹੀ ਨਹੀਂ ਸੀ। ਅਮਰੀਕਾ ਨੇ ਪਰਲ ਹਾਰਬਰ ਤੇ ਹਮਲੇ ਦੇ ਅਗਲੇ ਹੀ ਦਿਨ ਜਾਪਾਨ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਔਰ ਉਸ ਦੇ ਖਿਲਾਫ ਖੁੱਲੀ ਜੰਗ ਦਾ ਐਲਾਨ ਵੀ ਕਰ ਦਿੱਤਾ। ਅਗਲੇ 3 ਮਹੀਨਿਆਂ ਦੇ ਵਿੱਚ ਅਮਰੀਕਾ ਆਪਣੀ ਨੇਵਲ ਬੇਸ ਨੂੰ ਰੀਸਟੋਰ ਕਰਨ ਦੇ ਵਿੱਚ ਲੱਗ ਗਿਆ। ਖੁਸ਼ਕਿਸਮਤੀ ਨਾਲ ਕਈ ਸ਼ਿਪਸ ਸ਼ੈਲੋ ਵਾਟਰ ਦੇ ਵਿੱਚ ਡੁੱਬੀਆਂ ਸਨ, ਜੋ ਕਿ ਰਿਪੇਅਰ ਕਰਨ ਤੋਂ ਬਾਅਦ ਠੀਕ ਹੋ ਗਈਆਂ ਸਨ। 4 ਮਹੀਨਿਆਂ ਬਾਅਦ ਅਮਰੀਕਾ ਨੇ ਜਾਪਾਨ ਤੇ ਉਵੇਂ ਹੀ ਹਮਲਾ ਕੀਤਾ ਜਿਵੇਂ ਜਾਪਾਨ ਨੇ ਪਰਲ ਹਾਰਬਰ ਤੇ ਕੀਤਾ ਸੀ। ਅਪ੍ਰੈਲ 1942 ਦੇ ਵਿੱਚ ਅਮਰੀਕਾ ਨੇ ਜਾਪਾਨ ਦੇ ਕੈਪੀਟਲ ਟੋਕੀਓ ਦੇ ਉੱਪਰ ਬੰਬਾਂ ਦੀ ਬਰਸਾਤ ਕਰ ਦਿੱਤੀ ਸੀ। ਇਹ ਅਮਰੀਕਾ ਦੁਆਰਾ ਵਰਲਡ ਵਾਰ 2 ਦੇ ਵਿੱਚ ਕੀਤਾ ਜਾਣ ਵਾਲਾ ਪਹਿਲਾ ਹਮਲਾ ਸੀ, ਲੇਕਿਨ ਇਸ ਤੋਂ ਬਾਅਦ ਅਮਰੀਕਾ ਨੇ ਹੋਰ ਵੱਡੇ ਹਮਲੇ ਲਈ ਤਿਆਰੀ ਕਰ ਲਈ ਸੀ। ਇਸੇ ਤਰ੍ਹਾਂ 4 ਸਾਲ ਤੱਕ ਅਮਰੀਕਾ ਔਰ ਜਾਪਾਨ ਦੀ ਸ਼ਦੀਦ ਲੜਾਈ ਚੱਲਦੀ ਰਹੀ, ਜਿਸ ਦੇ ਵਿੱਚ ਅਮਰੀਕਾ ਦਾ ਪਲੜਾ ਹੁਣ ਭਾਰੀ ਸੀ। ਜਾਪਾਨ ਇਸ ਜੰਗ ਦੇ ਵਿੱਚ ਬਹੁਤ ਕਮਜ਼ੋਰ ਹੋ ਚੁੱਕਿਆ ਸੀ, ਲੇਕਿਨ ਉਹ ਹਾਰ ਨਹੀਂ ਮੰਨਣਾ ਚਾਹੁੰਦਾ ਸੀ ਔਰ ਅਮਰੀਕਾ ਦੇ ਸਾਹਮਣੇ ਸਰੈਂਡਰ ਨਹੀਂ ਕਰਨਾ ਚਾਹੁੰਦਾ ਸੀ। ਆਖਿਰਕਾਰ ਅਮਰੀਕਾ ਨੇ ਜਾਪਾਨ ਦੇ ਖਿਲਾਫ ਅਗਸਤ 1945 ਦੇ ਵਿੱਚ ਅਮਰੀਕਾ ਨੇ ਆਪਣੀ ਆਖਰੀ ਚਾਲ ਚੱਲੀ। 6 ਅਗਸਤ 1945 ਦੇ ਵਿੱਚ ਸਵੇਰ ਦੇ 8 ਵਜੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦੇ ਉੱਪਰ ਅਸਮਾਨਾਂ ਦੇ ਵਿੱਚ ਬੋਇੰਗ V-29 ਸੁਪਰ ਫੋਰਟਰੈਸ 에ਅਰਕ੍ਰਾਫਟ ਦੇਖਿਆ ਗਿਆ। ਇਸ ਜਹਾਜ਼ ਨੇ 4400 ਕਿਲੋਗ੍ਰਾਮ ਵਜ਼ਨ ਵਾਲੇ ਲਿਟਲ ਬॉय ਨਾਮ ਦੇ ਬੰਬ ਨੂੰ ਹੀਰੋਸ਼ੀਮਾ ਦੇ ਉੱਪਰ ਗਿਰਾ ਦਿੱਤਾ। ਐਗਜ਼ੈਕਟਲੀ 43 ਸਕਿੰਟ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਔਰ ਸਭ ਕੁਝ ਵਾਈਟ ਹੋ ਗਿਆ। ਉਸ ਤੋਂ ਬਾਅਦ ਇੱਕ ਫਾਇਰਬਾਲ ਜ਼ਮੀਨ ਤੋਂ ਆਸਮਾਨ ਦੀ ਤਰਫ ਜਾਂਦੀ ਹੋਈ ਦਿਖੀ ਔਰ ਜ਼ਮੀਨ ਦਾ ਟੈਂਪਰੇਚਰ 5000 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਹ ਹਿਸਟਰੀ ਦਾ ਪਹਿਲਾ ਨਿਊਕਲੀਅਰ ਅਟੈਕ ਸੀ, ਜਿਸ ਨੇ ਚੁਟਕੀਆਂ ਦੇ ਵਿੱਚ
ਹੀਰੋਸ਼ੀਮਾ ਦੇ ਵਿੱਚ 80% ਤੋਂ ਵੀ ਜ਼ਿਆਦਾ ਬਿਲਡਿੰਗਾਂ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ ਸੀ। ਜਾਪਾਨੀ ਮਿਲਟਰੀ ਲੀਡਰਸ ਦੇ ਜਿਵੇਂ ਕਿ ਪੈਰਾਂ ਦੇ ਨੀਚੋਂ ਜ਼ਮੀਨ ਹੀ ਖਿਸਕ ਗਈ ਸੀ। ਹਜੇ ਉਹ ਕੋਈ ਫੈਸਲਾ ਲੈਂਦੇ, ਨਾਲ ਹੀ 9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਨਾਗਾਸਾਕੀ ਉੱਪਰ ਨਿਊਕਲੀਅਰ ਬੰਬ ਗਿਰਾ ਦਿੱਤਾ ਸੀ। ਇਹ ਮਾਰਕ 3 ਬੰਬ ਸੀ ਜਿਸ ਦਾ ਕੋਡ ਨੇਮ ਫੈਟਮੈਨ ਸੀ ਔਰ ਇਸ ਦਾ ਵਜ਼ਨ 4670 ਕਿਲੋਗ੍ਰਾਮ ਸੀ ਔਰ ਇਸ ਬੰਬ ਨੇ ਗਿਰਦੇ ਹੀ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਇਹ ਇਨਸਾਨਾਂ ਦੇ ਉੱਪਰ ਇਸਤੇਮਾਲ ਕੀਤੇ ਜਾਣ ਵਾਲੇ ਪਹਿਲੇ ਔਰ ਆਖਰੀ ਬੰਬ ਸੀ। ਇਸ ਨਾਲ 2,60,000 ਦੇ ਕਰੀਬ ਲੋਕ ਮਾਰੇ ਗਏ ਸੀ। ਇਸ ਹਮਲੇ ਤੋਂ ਅਗਲੇ ਹੀ ਹਫ਼ਤੇ ਜਾਪਾਨ ਨੇ ਅਮਰੀਕਾ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਔਰ ਇਸ ਦੇ ਨਾਲ ਹੀ ਵਰਲਡ ਵਾਰ 2 ਵੀ ਖਤਮ ਹੋਈ। ਦੋਸਤੋ, ਕਿੱਦਾਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ ਸਾਰਿਆਂ ਦਾ।